ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸੋਰਠ ਮਹੱਲਾ ਪੰਜਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਰਹਾਉ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਰਹਾਉ ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਔਰ ਸਗਲ ਮਿਥਿਆਏ ਜਾਣੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 631 ਅੰਕ ਤੇ ਸਵਾਇਮਾਨ ਹੈ। ਸੋਰਠ ਮਹੱਲਾ ਪੰਜਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਰਹਾਉ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਸੰਗਤਾਂ ਨੂੰ ਗਿਆਨ ਬਖਸ਼ਿਸ਼ ਕੀਤਾ ਹੈ। ਇਨਸਾਨ ਦੇ ਜੀਵਨ ਦੇ ਵਿੱਚ ਕਈ ਮਨੋਰਥ ਹੁੰਦੇ ਨੇ, ਮਨ ਦੀਆਂ ਇੱਛਾਵਾਂ ਹੁੰਦੀਆਂ ਵੀ ਮੈਂ ਇਹ ਜੀਵਨ ਦੇ ਵਿੱਚ ਇਹ ਕੰਮ ਕਰਨਾ। ਪਰ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਕਿੰਨਾ ਸਮਾਂ ਇਨਸਾਨ ਨੇ ਰਹਿਣਾ ਇੱਥੇ, ਇਹਦਾ ਕੁਝ ਗਿਆਨ ਨਹੀਂ ਹੁੰਦਾ। ਜਿਹੜੀਆਂ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ ਮਨ ਦੇ ਵਿੱਚ ਰਹਿ ਜਾਂਦੀਆਂ, ਤੇ ਅੰਤਲਾ ਸਮਾਂ ਆ ਜਾਂਦਾ। ਪਰ ਮੰਦ ਭਾਗੀ ਜਿਹੜੀ ਗੱਲ ਆ ਉਹ ਇਹ ਵੀ ਨਾ ਹਰ ਭਜੇ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਵਾਹਿਗੁਰੂ ਨੂੰ ਆਪਣਾ ਮਿੱਤਰ ਨਹੀਂ ਬਣਾਇਆ, ਵਾਹਿਗੁਰੂ ਨਾਲ ਸੰਬੰਧ ਪੈਦਾ ਨਹੀਂ ਕੀਤਾ। ਨਾ ਤੀਰਥ ਸੇਵੇ, ਨਾ ਤੀਰਥਾਂ ਤੇ ਜਾ ਕੇ ਸੇਵਾ ਕੀਤੀ। ਇਹਦਾ ਭਾਵ ਸਾਧ ਸੰਗਤ ਦੇ ਵਿੱਚ ਨਹੀਂ ਗਏ, ਕਿਉਂਕਿ ਸਭ ਤੋਂ ਵੱਡਾ ਤੀਰਥ ਸਾਡੇ ਮਨ ਦੇ ਵਿੱਚ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ
ਤੀਰਥ ਮਨ ਲਾਓ। ਜਿਹੜਾ ਆਪਣੇ ਅੰਦਰ ਤੀਰਥ ਸੀ ਉਹਨੂੰ ਪਛਾਣਿਆ ਨਹੀਂ, ਉਹਦੇ ਵਾਸਤੇ ਸਮਾਂ ਵੀ ਨਹੀਂ ਦਿਨ ਦੇ ਵਿੱਚ ਕੱਢਿਆ ਵੀ ਮੈਂ ਉਹ ਤੀਰਥ ਤੇ ਪਹੁੰਚਣ ਵਾਸਤੇ ਕੋਈ ਯਤਨ ਕਰ ਲਾਂ, ਕੋਈ ਗੁਰਬਾਣੀ ਸੁਣ ਲਾਂ। ਸੁਣਿਆ, ਮੰਨਿਆ, ਮਨ ਕੀਤਾ ਭਾਵ। ਕਿਉਂਕਿ ਜਿਹੜਾ ਅੰਦਰ ਤੀਰਥ ਹੈ ਸਾਡੇ, ਉਹਦੇ ਤੱਕ ਪਹੁੰਚਣ ਵਾਸਤੇ ਪਹਿਲੇ ਬਾਣੀ ਸੁਣਨੀ ਪੈਣੀ, ਫਿਰ ਬਾਣੀ ਨੂੰ ਮੰਨਣਾ ਪੈਣਾ। ਬਾਣੀ ਨੂੰ ਮੰਨਣ ਦਾ ਜਿਹੜਾ ਨਤੀਜਾ, ਮਨ ਕੀਤਾ ਭਾਵ, ਭਾਵ ਮੈਨੇ ਪਿਆਰ, ਵਾਹਿਗੁਰੂ ਨਾਲ ਪਿਆਰ ਪੈ ਗਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਮਹਾਰਾਜ ਫਰਮਾਉਂਦੇ ਹਨ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਲ। ਹਰ ਕੋਈ ਇਸ ਖੇਡ ਨੂੰ ਖੇਡ ਨਹੀਂ ਸਕਦਾ। ਜਿਨ੍ਹਾਂ ਤੇ ਵਾਹਿਗੁਰੂ ਦੀ ਨਜ਼ਰ ਹੁੰਦੀ ਆ, ਉਹਨਾਂ ਨੂੰ ਅਸਲੀ ਤੀਰਥ ਦੀ ਪਛਾਣ ਹੁੰਦੀ ਆ, ਤੇ ਉਹ ਗੁਰੂ ਦਾ ਹੁਕਮ ਮੰਨ ਕੇ ਉਸ ਤੀਰਥ ਤੱਕ ਪਹੁੰਚ ਜਾਂਦੇ ਨੇ ਤੇ ਇਸ਼ਨਾਨ ਕਰਦੇ ਨੇ। ਸਭ ਤੋਂ ਜਿਹੜੀ ਵੱਡੀ ਮਾਤਰਾ ਹੈ ਇਸ ਇਕੁਏਸ਼ਨ ਦੇ ਵਿੱਚ, ਉਹ ਹੈਗੀ ਪਿਆਰ। ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਨਾ। ਜਿਸ ਤਰ੍ਹਾਂ ਹਵਾ ਹੈ ਸਾਧ ਸੰਗਤ ਜੀ, ਕੋਈ ਰਾਜਾ ਖੜਾ ਹੋਏ, ਕੋਈ ਨੀਵੀਂ ਜਾਤੀ ਦਾ ਖੜਾ ਹੋਏ, ਕੋਈ ਗਰੀਬ ਖੜਾ ਹੋਏ, ਸਾਰਿਆਂ ਤੇ ਇੱਕੋ ਜਿਹੀ ਵਗਦੀ ਹੈ। ਉਹ ਇੱਕ ਬ੍ਰਹਮ ਗਿਆਨੀ ਦਾ ਸੁਭਾਅ ਹੈ। ਭਾਵੇਂ ਕੋਈ ਨੀਵੀਂ ਜਾਤੀ ਦਾ ਖੜਾ ਹੋਏ, ਭਾਵੇਂ ਕੋਈ ਰਾਜਾ ਹੋਏ, ਹਵਾ ਨੇ ਕਦੀ ਨਹੀਂ ਕਿਹਾ ਵੀ ਇੱਥੇ ਗਰੀਬ ਖੜਾ ਤੇ ਇੱਥੇ ਨੀਵੀਂ ਜਾਤੀ ਦਾ ਖੜਾ, ਥੋੜੀ ਡਾਇਰੈਕਸ਼ਨ ਜਾਂ ਆਪਣੀ ਦਿਸ਼ਾ ਚੇਂਜ ਕਰ ਲਈਏ, ਥੋੜਾ ਯੂ ਟਰਨ ਕਰ ਲਈਏ। ਨਹੀਂ, ਇਹ ਬ੍ਰਹਮ ਗਿਆਨੀ ਦਾ ਸੁਭਾਅ ਹੈ। ਹਵਾ ਦਾ ਸੁਭਾਅ ਹੈ ਸਮਦਰਸ਼ੀ ਹੋਣਾ। ਜਦ ਤੱਕ ਇਨਸਾਨ ਸਮਦਰਸ਼ੀ ਨਹੀਂ ਹੋਏਗਾ, ਤਦ ਤੱਕ ਜੀਵਨ ਸਫਲ ਨਹੀਂ, ਜੀਵਨ ਵਿਅਰਥ ਹੋ ਜਾਏਗਾ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਨਾ ਹਰ ਭਜੇ ਨਾ ਤੀਰਥ ਸੇਵੈ, ਚੋਟੀ ਕਾਲ ਗਹੀ। ਚੋਟੀ ਦਾ ਭਾਵ ਵਾਲ। ਜਿੱਦਾਂ ਬਾਹਮਣਾਂ ਨੇ ਚੋਟੀ ਕੀਤੀ ਹੁੰਦੀ ਹੈ ਉੱਪਰ, ਜਾਂ ਵਾਲ ਬੰਨੇ ਹੁੰਦੇ ਉੱਪਰ, ਕਾਲ ਨੇ ਚੋਟੀ ਤੋਂ ਫੜ ਕੇ ਲੈ ਜਾਣਾ ਤੇ ਤੂੰ ਸੋਚਦਾ ਹੀ ਰਹਿ ਨਾ ਵੀ ਮੈਂ ਜੀਵਨ 'ਚ ਇਹ ਕਰਨਾ ਸੀ, ਮੈਂ ਉਹ ਕਰਨਾ ਸੀ। ਸਭ ਤੋਂ ਵੱਡਾ ਜਿਹੜਾ ਸਬਕ ਹੈ ਇਸ ਸ਼ਬਦ ਦੇ ਵਿੱਚ, ਕੱਲ ਦੀ ਇੰਤਜ਼ਾਰ ਨਾ ਕਰਿਓ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕਾਲ ਕਰੰਤਾ ਅਬੇ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪੈ ਆਵੇ ਕਾਲ। ਕਬੀਰ ਸਾਹਿਬ ਕਹਿੰਦੇ ਜਿਹੜਾ ਕੰਮ ਤੂੰ ਕੱਲ ਕਰਨਾ ਸੀ ਨਾ, ਉਹ ਅੱਜ ਕਰ ਲੈ। ਜਿਹੜਾ ਤੂੰ ਹੁਣ ਕਰਨਾ ਸੀ, ਉਹਨੂੰ ਤਤਕਾਲ ਕਰ ਲੈ, ਛੇਤੀ ਛੇਤੀ। ਉਹ ਕੰਮ ਇੱਕ ਹੀ ਹੈ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਗੁਰੂ ਮਹਾਰਾਜ ਫਰਮਾਉਂਦੇ ਹਨ, ਫੇਰਤ ਫੇਰਤ ਬਹੁਤੇ ਜੁਗ ਹਾਰਿਓ। ਤੂੰ ਕਿੰਨੇ ਯੁਗਾਂ ਦੇ ਵਿੱਚ ਇਨਸਾਨ ਬਣ ਕੇ ਧਰਤੀ ਤੇ ਕਿੰਨੀ ਵਾਰੀ ਆਇਆ, ਹਰ ਵਾਰੀ ਤੂੰ ਹਾਰ ਗਿਆ। ਫੇਰਤ ਫੇਰਤ ਬਹੁਤੇ ਜੁਗ ਹਾਰਿਓ। ਆਪਣਾ ਜਨਮ ਨੂੰ ਜੂਏ ਦੀ ਬਾਜੀ 'ਚ ਹਾਰ ਕੇ ਚਲਾ ਗਿਆ। ਉਹ ਚੀਜ਼ਾਂ ਦੇ ਮਗਰ ਤੂੰ ਭੱਜਿਆ ਜਿਹੜੀਆਂ ਚੀਜ਼ਾਂ ਤੇਰੇ ਕੰਮ ਹੋਈ ਨਹੀਂ ਆਣੀਆਂ। ਫੇਰਤ ਫੇਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਹੁਣ ਤੈਨੂੰ ਮਾਨਸ ਦੇਹੀ ਮਿਲੀ ਆ, ਫਿਰ ਦੁਬਾਰਾ ਹੁਣ ਤੇਰਾ ਟੈਸਟ ਫਿਰ ਪੈ ਗਿਆ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਉਹ ਪਿਆਰਿਆ, ਇਹੀ ਤੇ ਮਿਲਣ ਦੀ ਬਰੀਆ ਸੀ, ਭਾਵ ਬਾਰ ਸੀ। ਇਹੀ ਤੇ ਤੇਰਾ ਚਾਂਸ ਸੀ, ਇਹੀ ਤੇ ਤੇਰਾ ਮੌਕਾ ਸੀ।
ਤੇ ਹੁਣ ਕਿਉਂ ਨਹੀਂ ਤੂੰ ਸਿਮਰਨ ਕਰਦਾ? ਹੁਣ ਕਿਉਂ ਟਾਲ ਮਟੋਲ ਕਰੀ ਜਾਂਦਾ? ਸਕਾਟਲੈਂਡ ਦੇ ਵਿੱਚ ਸਾਧ ਸੰਗਤ ਜੀ ਇੱਕ ਬੱਚੀ ਚੜ੍ਹਾਈ ਕਰ ਗਈ ਸੀ। ਜਦੋਂ ਚੜ੍ਹਾਈ ਕਰ ਗਈ ਤੇ ਉਹਦਾ ਫਿਰ ਜਨਮ ਸਕਾਟਲੈਂਡ 'ਚ ਹੀ ਹੋਇਆ। ਉਹ ਪੇਪਰਾਂ ਦੇ ਵਿੱਚ ਵੀ ਛਪੀ ਸੀ ਤੇ ਨਿਊਜ਼ ਦੇ ਵਿੱਚ ਵੀ ਆਈ ਸੀ ਗੱਲ। ਤੇ ਉਹਨੇ ਬੱਚੀ ਜਦੋਂ ਵੱਡੀ ਹੋਈ 10 ਕੁ ਸਾਲਾਂ ਦੀ, ਉਹਨੂੰ ਪਿਛਲੇ ਜਨਮ ਦੀ ਸੋਝੀ ਸੀ ਤੇ ਉਹਨੇ ਪਛਾਣ ਲਿਆ ਵੀ ਮੈਂ ਘਰ 'ਚ ਰਹਿੰਦੀ ਸੀ, ਇਹ ਕਮਰਾ ਸੀ, ਇਹ ਮੇਰੀਆਂ ਚੀਜ਼ਾਂ ਉੱਥੇ ਪਈਆਂ ਸੀ। ਉਹ ਸਾਰਿਆਂ ਨੂੰ ਲੈ ਕੇ ਜਦੋਂ ਘਰ ਦੇ ਵਿੱਚ ਗਈ, ਬਾਹਰ ਖੜੀ ਹੋ ਗਈ, ਕਹਿੰਦੀ ਮੈਂ ਘਰ ਦੇ ਵਿੱਚ ਰਹਿੰਦੀ ਸੀ, ਤੂੰ ਮੇਰਾ ਪਿਓ ਹੈ ਤੇ ਤੂੰ ਮੇਰੀ ਮਾਂ ਹੈ। ਉਹ ਕਹਿੰਦਾ ਸਾਨੂੰ ਨਹੀਂ ਪਛਾਣ ਤੇਰੀ, ਪਤਾ ਨਹੀਂ ਫਰਾਡ ਹੋ ਜਾਏ ਕੋਈ। ਅੱਜ ਕੱਲ੍ਹ ਫਰਾਡ ਵੀ ਤਾਂ ਬਹੁਤ ਕਰਦੇ ਲੋਕੀ। ਉਹ ਕਹਿੰਦੀ ਤੁਸੀਂ ਜਾ ਕੇ ਦੇਖੋ ਉੱਪਰ ਕਮਰੇ 'ਚ, ਇਹ ਫਲਾਣੀ ਥਾਂ ਤੇ ਇਹ ਚੀਜ਼ ਹੁੰਦੀ ਸੀ, ਫਲਾਣੀ ਥਾਂ ਤੇ ਇਹ ਚੀਜ਼ ਹੁੰਦੀ ਸੀ। ਉਹਨੇ ਉਹ ਚੀਜ਼ਾਂ ਦੱਸੀਆਂ, ਉਹਨਾਂ ਨੂੰ ਭਰੋਸਾ ਆ ਗਿਆ। ਪਰ ਜਨਮ ਹੁੰਦਾ, ਕਈ ਜਿਹੜੇ ਧਰਮਾਂ ਦੇ ਲੋਕ ਕਹਿੰਦੇ ਵੀ ਅਗਲਾ ਜਨਮ ਨਹੀਂ ਹੁੰਦਾ, ਪਰ ਜਨਮ ਹੁੰਦਾ। ਜਦ ਤੱਕ ਇਹ ਆਤਮਾ ਪਰਮਾਤਮਾ ਦਾ ਰੂਪ ਨਹੀਂ ਬਣਦੀ, ਜਨਮ ਮਰਨ ਬਣਿਆ ਰਹੇਗਾ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਮਨ ਦੇ ਵਿੱਚ ਕਿੰਨੀਆਂ ਇੱਛਾਵਾਂ ਨੇ। ਇੱਕ ਨੌਜਵਾਨ ਮਿਲਿਆ, ਉਹ ਕਹਿੰਦਾ ਜੀ ਮੈਂ ਤੇ ਬਾਣੀ ਪੜ੍ਹੀ ਆ ਤੇ ਪਤਾ ਨਹੀਂ ਕਦੋਂ ਮੌਤ ਆ ਜਾਣੀ, ਮੈਂ ਅਮਰੀਕਾ ਜਾਣਾ। ਦੇਖੋ ਹੁਣ ਗੱਲ ਪੁੱਠੀ, ਇਹ ਨਹੀਂ ਵੀ ਰੱਬ ਨੂੰ ਮਿਲਣਾ, ਕੋਈ ਯਤਨ ਕਰ ਲਾ, ਬਾਣੀ ਪੜ੍ਹ ਲਾ। ਕਹਿੰਦਾ ਅਮਰੀਕਾ ਦਾ ਜ਼ਰੂਰ ਮੈਂ ਹੌਲੀਡੇ ਕਰਨੀ। ਫਿਰ ਉੱਥੇ ਕਨੈਰੀ ਹੈਗੀ, ਉੱਥੇ ਕਰਨੀ ਹੈ ਜਾ ਕੇ, ਗ੍ਰੈਂਡ ਕਨੈਰੀਜ਼। ਫਿਰ ਸਪੇਨ ਦੇ ਕਈ ਦੁਨੀਆ ਦੇ ਕੋਨੇ ਉਹਨੇ ਕਵਰ ਕੀਤੇ, ਇੰਡੋਨੇਸ਼ੀਆ ਵੀ ਜਾਣਾ, ਜਾਪਾਨ ਵੀ ਜਾਣਾ। ਮੈਂ ਕਿਹਾ ਚਲੋ ਭਾਈ ਤੂੰ ਵੀ ਕੰਮ ਕਰ ਲਾ ਆਪਣਾ। ਜਿੱਦਾਂ ਹੁਣ ਸਾਧ ਸੰਗਤ ਜੀ ਏਅਰਕ੍ਰਾਫਟ ਜਿਹੜਾ ਕ੍ਰੈਸ਼ ਹੋਇਆ ਸੀ, ਦੁਰਘਟਨਾ ਹੋਈ ਸੀ, ਬੜਾ ਮਾੜਾ ਕੰਮ ਸੀ। ਪਰ ਉਹ ਇੱਕ ਬੱਚੀ ਜੋ ਜਹਾਜ਼ ਦੇ ਵਿੱਚ ਆ ਰਹੀ ਸੀ ਤੇ ਉਹਦੀ ਦੋਸਤ ਦਾ ਇੰਟਰਵਿਊ ਹੋਇਆ ਕਿ ਜਹਾਜ਼ ਕ੍ਰੈਸ਼ ਹੋ ਗਿਆ। ਉਹ ਵਿਚਾਰੀ ਏਅਰਪੋਰਟ ਤੇ ਵੇਟ ਕਰਦੀ ਸੀ ਵੀ ਕਦੋਂ ਆਏਗੀ। ਉਹ ਦੱਸਦੀ ਸੀ ਵੀ ਇਹਦੇ ਮਨ ਦੇ ਵਿੱਚ ਕਿੰਨੀਆਂ ਇੱਛਾਵਾਂ ਸੀ ਤੇ ਮੈਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੇਸ਼ ਨੇ ਉਹਨਾਂ 'ਚ ਚੱਕਰ ਲਾਣਾ, ਚਾਹੁੰਦੀ ਸੀ ਵੀ ਡਾਕਟਰ ਬਣਾ। ਪਰ ਇਹ ਜਿਹੜੀਆਂ ਮਨ ਦੀਆਂ ਗੱਲਾਂ ਮਨ 'ਚ ਹੀ ਰਹਿ ਗਈਆਂ। ਮਾਰੇ ਕਹਿੰਦੇ ਕੱਲ ਦਾ ਇੰਤਜ਼ਾਰ ਨਾ ਕਰਿਓ, ਜੋ ਕੰਮ ਕਰਨਾ ਭਾਵ ਇੱਕ ਹੀ ਕੰਮ ਕਰਨਾ ਅਸੀਂ ਇੱਥੇ, ਬਾਕੀ ਹੋਰ ਜ਼ਿਆਦਾ ਫਾਲਤੂ ਦੇ ਕੰਮ ਹੈ ਨਹੀਂ। ਜੇ ਗੁਰੂ ਦੀ ਸਮਝ ਦੇ ਨਾਲ ਵਿਚਾਰ ਕਰਕੇ ਦੇਖੋ, ਇੱਕ ਹੀ ਕੰਮ ਕਰਨਾ। ਕਿਹੜਾ ਕੰਮ? ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਕਿਉਂ ਨਹੀਂ ਸਿਮਰਦਾ ਭਾਈ? ਮਨੁੱਖਾ ਜਨਮ ਮਿਲਿਆ, ਬਹੁਤ ਕੀਮਤੀ ਜਨਮ ਹੈ। ਫਿਰ ਇਨਸਾਨ ਦਾ ਪਿਆਰ ਬਹੁਤ ਹੁੰਦਾ, ਆਪਣੇ ਪਰਿਵਾਰ ਦੇ ਨਾਲ ਪਿਆਰ ਹੋਣਾ ਚਾਹੀਦਾ, ਪਰ ਮੋਹ ਨਹੀਂ ਹੋਣਾ ਚਾਹੀਦਾ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਦਾਰਾ ਦਾ ਭਾਵ ਘਰ ਵਾਲੀ ਜਾਂ ਘਰ ਵਾਲਾ, ਮੀਤ ਮਿੱਤਰ, ਪੂਤ ਮੈਨੇ ਪੁੱਤਰ ਤੇ ਧੀਆਂ, ਰਥ। ਰਥ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ, ਪਰ ਜਦੋਂ ਬਾਣੀ ਲਿਖੀ ਗਈ ਸੀ ਉਦੋਂ ਕਾਰਾਂ ਨਹੀਂ ਹੁੰਦੀਆਂ ਸੀ, ਪਰ ਇਹਦੇ 'ਚ ਕਾਰਾਂ ਵੀ ਆ ਜਾਂਦੀਆਂ। ਕਾਰਾਂ, ਟਰੱਕ, ਹਵਾਈ ਜਹਾਜ਼, ਕਈਆਂ ਦੇ ਆਪਣੇ ਪ੍ਰਾਈਵੇਟ ਜਹਾਜ਼ ਹੁੰਦੇ ਸਾਧ ਸੰਗਤ ਜਿਹੜੇ ਉੜਦੇ ਨੇ। ਸੰਪਤ ਭਾਵ ਜਿਹੜਾ ਧਨ ਦੌਲਤ, ਧਨ ਸੰਪਤ ਭਾਵ ਇਕੱਠਾ ਹੀ ਆ, ਧਨ ਤੇ ਦੌਲਤ। ਸਭ ਮਹੀ, ਮਹੀ ਮੈਨੇ ਜ਼ਮੀਨਾਂ, ਵੱਡੀਆਂ ਵੱਡੀਆਂ ਜ਼ਮੀਨਾਂ, ਕਿੰਨੇ ਕਿੱਲੇ, ਕਿੰਨੇ ਮਰਲੇ। ਮਾਏ ਕਹਿੰਦੇ ਸਾਰੀਆਂ ਝੂਠੀਆਂ। ਕਿਹੜੀ ਗੱਲ ਸਹੀ ਆ? ਅਵਰ ਸਗਲ ਮਿਥਿਆ ਇਹ ਜਾਣਿਓ, ਭਜਨ ਰਾਮ ਕੋ ਸਹੀ। ਜਿਹੜੀ ਸਹੀ ਗੱਲ ਆ, ਜਿਹੜੀ ਅਸੀਂ ਸਹੀ ਗੱਲ ਕਰਨੀ ਆ, ਉਹ ਵਾਹਿਗੁਰੂ ਦਾ ਭਜਨ। ਤੇਰਾ ਵਾਹਿਗੁਰੂ ਨਾਲ ਪਿਆਰ ਪੈ ਜੇ। ਸਤਿਗੁਰਾਂ ਨੇ
ਸਾਨੂੰ ਸੁਚੇਤ ਕੀਤਾ। ਜਿੱਦਾਂ ਸਾਧ ਸੰਗਤ ਜੀ ਅਸੀਂ ਕਾਰਾਂ ਆਪਣੀਆਂ ਡਰਾਈਵ ਕਰਦੇ ਹਾਂ, ਜਦੋਂ ਸੜਕ ਬਹੁਤ ਤੇਜ਼ੀ ਨਾਲ ਮੁੜਦੀ ਆ ਨਾ, ਇਹਨੂੰ ਕਹਿੰਦੇ ਸ਼ਾਰਪ ਬੈਂਡ, ਉੱਥੇ ਇੱਕ ਬੜਾ ਵੱਡਾ ਨੋਟਿਸ ਲਾਇਆ ਹੁੰਦਾ, ਕਿਤੇ 50, ਕਿਤੇ 30, ਭਾਵ 50 ਦੀ ਜਾਂ 30 ਦੀ ਸਪੀਡ ਤੇ ਚੱਲਿਓ, ਨਹੀਂ ਤੇ ਗੱਡੀ ਉਲਟ ਜਾਏਗੀ, ਖਤਰਾ। ਇਸੇ ਤਰ੍ਹਾਂ ਹਾਲੇ ਸਾਡੇ ਸਵਾਸ ਚੱਲਦੇ ਆ। ਐਦਾਂ ਮਾਨੋ ਵੀ ਇਹ ਜਿਹੜੀ ਹੈ ਸਪੀਡ ਲਿਮਿਟ ਹੈ ਸਾਡੀ। ਅਸੀਂ ਦੁਨੀਆ ਦੇ ਪਦਾਰਥਾਂ ਮਗਰ ਬਹੁਤ ਭੱਜਦੇ ਹਾਂ ਤੇਜ਼ੀ ਦੇ ਨਾਲ। ਮੈਂ ਕਹਿੰਦੇ ਉਹ ਸਪੀਡ ਨੂੰ ਸਲੋ ਕਰ ਲਓ, ਸਲੋ ਕਰੋ। ਦੇਖੋ ਇਹ ਸਮੇਂ ਦੇ ਵਿੱਚ, ਇਹ ਸਵਾਸ ਦੇ ਵਿੱਚ ਵਾਹਿਗੁਰੂ ਦਾ ਨਾਮ ਜਪੋ। ਤੇ ਮਹਾਰਾਜ ਨੇ ਫਿਰ ਸਾਨੂੰ ਸੋਝੀ ਬਖਸ਼ੀ ਆ, ਪਤਾ ਨਹੀਂ ਅਗਲਾ ਸਵਾਸ ਆਣਾ ਕਿ ਨਹੀਂ ਆਣਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਇੱਕ ਸਵਾਲ ਜਿਹੜਾ ਨੌਜਵਾਨਾਂ ਨੇ ਪੁੱਛਿਆ ਵੀ ਭਜਨ ਦਾ ਤੇ ਸਿਮਰਨ ਦਾ ਕੀ ਫਾਇਦਾ ਭਾਈ? ਭਜਨ ਤੇ ਸਿਮਰਨ ਦਾ ਇਹ ਫਾਇਦਾ ਵੀ ਜਿਹੜੀ ਚਿੰਤਾ ਰਹਿ ਨਹੀਂ ਜਾਂਦੀ ਕੋਈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਦੂਜੀ ਗੱਲ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਅਮਰ ਹੋ ਜਾਂਦਾ ਇਨਸਾਨ। ਸਭ ਤੋਂ ਵੱਡਾ ਜਿਹੜਾ ਡਰ ਹੈ, ਚਿੰਤਾ ਹੈ, ਮੌਤ ਦੀ ਹੈ। ਉਹ ਚਿੰਤਾ ਰਹਿ ਨਹੀਂ ਜਾਂਦੀ, ਕਿਉਂਕਿ ਪਤਾ ਲੱਗ ਜਾਂਦਾ ਕਿ ਜੀਵਨ ਤੇ ਮਰਨ ਦੋਨੋਂ ਇੱਕੋ ਹੀ ਚੀਜ਼ ਹੈ। ਕਿਉਂਕਿ ਜਦੋਂ ਕਿਸੇ ਦਾ ਜਨਮ ਹੁੰਦਾ, ਉਹ ਆਤਮਾ ਕਿਤੇ ਸਰੀਰ ਛੱਡ ਕੇ ਆਉਂਦੀ ਹੈ, ਮਰ ਕੇ ਆਉਂਦੀ ਹੈ, ਫਿਰ ਨਵਾਂ ਜਨਮ ਹੋ ਜਾਂਦਾ। ਜਦੋਂ ਕੋਈ ਸਰੀਰ ਖਤਮ ਹੋਏਗਾ, ਉਹ ਆਤਮਾ ਕਿਸੇ ਨਵੇਂ ਸਰੀਰ ਦੇ ਵਿੱਚ ਜਾਏਗੀ। ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਸੋ ਇਹ ਗੁਰਬਾਣੀ ਤੋਂ ਗਿਆਨ ਪ੍ਰਾਪਤ ਹੁੰਦਾ, ਪਰ ਦੁਨਿਆਵੀ ਤੌਰ ਤੇ ਜਨਮ ਦਾ ਅਸੀਂ ਜਸ਼ਨ ਮਨਾਉਂਦੇ ਹਾਂ ਤੇ ਮੌਤ ਦਾ ਗਮ ਕਰਦੇ ਹਾਂ। ਹਾਲੇ ਉਹ ਅਵਸਥਾ ਨਹੀਂ ਪਹੁੰਚੀ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਹੁਣੇ ਕਰ ਲਿਓ ਸਿਮਰਨ ਸ਼ੁਰੂ, ਹੁਣ ਦੇਰ ਨਾ ਕਰੋ। ਗੁਰੂ ਮਹਾਰਾਜ ਕਿਰਪਾ ਕਰਨ। ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। ਦਾਸ ਖਿਮਾ ਦਾ ਜਾਚਕ ਹੈ। ਸੋਰਠ ਮਹਿਲਾ ਪੰਜਵਾ, ਮਨ ਕੀ ਮਨ ਹੀ ਮਾਹਿ ਰਹੇ, ਤੀਰਥ ਸੇਵੈ, ਚੋਟੀ ਕਾਲ ਗਹੀ ਰਹਾਉ। Today's Hukamnama is blessing from Sachkhand Sri Harmandir Sahib. Composition is in Rag Sorat. Hukamnama is composed by Dhan Dhan Guru Tegh Bahadur Sahib Maharaj, the 9th Emperor, 9th Satguru. Hukamnama is placed in Dhan Dhan Shri Guru Granth Sahib Ji Maharaj on Ang 631. Guru Tegh Bahadur Sahib Maharaj blesses us with the ultimate wisdom. I think this Hukamnama is like a warning sign. When we are driving along and there is a sharp bend, for that sharp bend there is a speed limit. That speed limit is for our own safety. That implies slow down, there is a sharp bend, otherwise you can involve in an accident. Not only you will harm yourself, you can harm other people. Slow down. Similarly, Gurbani, there are so many shabads which are like warning. Slow down. Think where you are going. Otherwise,
you can involve in an accident. You can waste away this precious life. We have a lot of ambitions in our life, a lot of things we want to do before we finish our life. So there is a long list, long shopping list. So Guru Maharaj reveals, man ki man hi mahe rahi. There are so many desires in the mind, they remain in your mind. You never know when death is going to grab you. Na har bhaje, na tirath seve, choti kaal gahi. Choti means hair. Death is going to grab you by your hair and take you away. And everything you had in your mind remains unfulfilled, unaccomplished. You haven't achieved it. But what you had to achieve was, you didn't make an effort. Na har bhaje. Bhaje means bhajan karna. To remember, to establish relationship with Vaheguru. You didn't do that. You kept on postponing. I'm too busy in my exams. I can't remember Vaheguru. I'll remember when I get job. Then you get job. Then you have other things to do. You have to buy house. You have to get married. You're so busy. I'll do it when I get married. It never happens. But Guru Maharaj reveals, tell me, there is no certain time for the death. There is no guarantee that you are going to live until after retirement. Recently there was a aircraft crash, German wings, where 25-30 students were traveling. They were at school. They had a lot of ambitions. One of the girl who died, her friend was being interviewed, and she said, my friend who had died wanted to go all over the world, travel everywhere. She wanted to become a doctor. So there were a lot of ambitions, but she is not there to fulfill those ambitions now. So the lesson I get from today's Hukamnama, first two lines, is that we need to learn to live in present. Look after your present and you will get present for your future. Guru Maharaj gives us the technique, this beautiful technique. With every breath you take, thank Vaheguru for that. There are a lot of people who cannot breathe properly. They have asthma. But if you remember Vaheguru, whilst you are healthy, you will never fall ill. Remember that. Saas saas simro gobind. With every breath, remember Vaheguru. So live in present. Kabir Sahib reveals, Kabir, Kal Karanta Abhay Kar. What you are going to do Kal, yet tomorrow, do it today. Ab karta soy tal. What you are going to do now, do it immediately. पाछे कछु ना होएगा जो सिर पे आवे काल. You won't be able to do anything when the call means death, is going to approach you, when your time is up. When Vaheguru blows the whistle, that match is over. You are going to lose the game of this life. Don't wait for that moment. So every breath, remember Vaheguru. Then Guru Maharaj reveals, Na har bhaje, na tirath seve, choti kaal gahi. You haven't served at the pilgrimage. You have wasted your time. Now it also implies that you haven't visited, for example, Harmandir Sahib.
you haven't visited the Tirath pilgrimage in India. That is true as well. Go to the Tiraths so you can get good vibes. The objective should be that you are connected to Vaheguru. It's not a holiday trip. It's a trip. It's a visit to pilgrimage where you get closer to Vaheguru, because they are good vibes. But the true Tirath is within the mind. Antargat. Antargat means within the mind. How do you recognize that Tirath? How do you access that Tirath? Guru Maharaj gives the wisdom. Sunaya manaya man kita pao antargat Tirath malnao. Because Vaheguru abides within your mind, wherever Vaheguru abides, that place is pilgrimage. It's divine, it's holy. How to get there? Listen to divine sermons. Listen to Vaheguru's praises. Manya, then accept it. Practice it. What is the result? Man kita pao. Pao means love. The end result of listening to the Gurbani, listening to divine sermon is that your mind is full of love for the Creator. You don't want to delay meeting the Creator. You can see the Creator in the creation. You are tolerant, you are accepting, you are full of compassion. Now you can take bath at the true pilgrimage, which is within yourself. Then Guru Maharaj reminds us, Dara meet Pooth Rath Sampat Tan Purana Sab Mahi. Remember, you are so engrossed in your wife, in your husband, your friends, your children, your cars, your horses, your wealth and your land. All these things, they are mithya. Mithya means false, temporary. So what is permanent? Bhajan Ram ko sahi. Sahi means correct, true. What is true is your love for Vaheguru, the relationship you have developed with Vaheguru. Do you feel Vaheguru very close to you? Pekhat sunat sada hai sange, मैं मूर्ख जानिया दूरी रे. Vaheguru listens to me. Vaheguru is watching me. Pekhat means to watch. Sunat, Vaheguru is listening to me. Sada hai sange. When I go to bed, when I am at school, I am at work, Vaheguru is with me. मैं मूर्ख जानिया दूरी रे. I'm such a fool. I think Vaheguru is very far away. So we need to have that faith that Vaheguru shows up in our life. There are two aspects. Feeling Vaheguru close means you know you have support 24/7. Whatever you need, whatever your problem is, Vaheguru is there. Second thing, you can't do anything wrong because Vaheguru is watching you. Loop kart bikar bikhde prab nerhu te nereya binwant nanak daya tharo God pavjal fera. So you are aware, you are mindful that God is there. God knows my mind. I can't even have a bad thought, bad feeling about anyone else. फिरत बहुते जुग हारियो मानस ते लही. I've wasted many lives throughout the ages, throughout the jugs. I've been given this human body. Nanak कहत मिलन की बरिया सिमरत कहाँ नहीं. Guru Nanak Dev Ji proclaims, educates the human beings. This is the chance, this is the bariya,
to meet Vaheguru, why don't you remember Vaheguru? Simrat kahan nahi? Why you wasting your time? So learn to live in the present with every breath. Remember Vaheguru, be mindful, acknowledge Vaheguru's gifts. Thank Vaheguru for the breath you are taking. There are people who can't breathe properly. They have oxygen supply connected to them continuously. They don't have even consciousness to remember Vaheguru. So that's the message. Become eternal like Vaheguru. Become blissful like Vaheguru. Have a great day. प्यार नाल फतेह सांझी करनी जी। वाहिगुरू जी का खालसा, वाहिगुरू जी की फतेह।